ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਰੀਮਾ। ਖਬਰਾਂ ਜੋ ਅਸੀਂ ਪੜ੍ਹਦੇ ਦੇਖਦੇ ਸੁਣਦੇ ਹਾਂ, ਜੋ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਇਹਨਾਂ ਖਬਰਾਂ ਦੇ ਪਿੱਛੇ ਬਹੁਤ ਸਾਰੇ ਤੱਥ, ਬਹੁਤ ਸਾਰੀਆਂ ਸੱਚਾਈਆਂ ਲੁਕੀਆਂ ਹੁੰਦੀਆਂ ਨੇ। ਇਹਨਾਂ ਹੀ ਸੱਚਾਈਆਂ ਨੂੰ ਉਜਾਗਰ ਕਰਦੇ ਨੇ ਸਾਡੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਮਾਹਰ ਮਹਿਮਾਨ। ਤੇ ਅੱਜ ਜਿਸ ਮਾਹਰ ਮਹਿਮਾਨ ਨੂੰ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ, ਉਹ ਨੇ ਉੱਘੇ ਪੱਤਰਕਾਰ ਜੋਗਿੰਦਰ ਸੰਧੂ ਜੀ। आओ करते उन्होंने स्वागत। संधू साहब बहुत बहुत स्वागत है जी। धन्यवाद जी, धन्यवाद जी। संधू साहब पहली खबर दे वाल रुख करते हैं जिन्हें अपना ध्यान साडे वाल खिंचिया, वो है पैरा ओलंपिक्स। पैरा ओलंपिक्स दे विच साडे खिडारी बहुत वधिया प्रदर्शन कर रहे हैं। 2 सोन तमगे जिहड़े ने झोली च पए ने भारत दी। पिछले दिनी जिहड़ियां मेन ओलंपिक खेडां ने जी वो समाप्त होईयां ने, जिहदे विच भारत ने इस वार हुण तक दीयां खेडां दे मुकाबले ਜਿਹੜੀਆਂ ਐਥਲੈਟਿਕਸ ਨੇ ਖੇਡਾਂ ਨੇ, ਟਰੈਕ ਐਂਡ ਫੀਲਡ ਆ, ਉਹਦੇ ਵਿੱਚ ਸੋਨ ਤਮਗਾ ਜਿੱਤ ਕੇ ਇੱਕ ਮਾਰਕਾ ਮਾਰਿਆ ਸੀ। ਔਰ ਇਸ ਵਾਰ ਜਿਹੜੇ 7 ਮੈਡਲ ਜਿੱਤੇ ਸੀ ਭਾਰਤ ਨੇ, ਉਹ ਸ਼ਾਇਦ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮੈਡਲ ਹੈ ਜੀ। ਔਰ ਉਸ ਖੁਸ਼ੀ ਨੂੰ ਦੇਸ਼ ਮਨਾ ਰਿਹਾ ਸੀ। ਉਸ ਸੰਬੰਧ ਦੇ ਵਿੱਚ ਥਾਂ ਥਾਂ ਦੇ ਉੱਤੇ ਸਮਾਗਮ ਹੋ ਰਹੇ ਸੀ ਕਿ ਇਸ ਦੌਰਾਨ ਜਿਹੜੀਆਂ ਪੈਰਾ ਓਲੰਪਿਕ ਖੇਡਾਂ ਉਹ ਆ ਗਈਆਂ ਜੀ। ਪੈਰਾ ਓਲੰਪਿਕ ਖੇਡਾਂ ਨੇ ਉਹਨਾਂ ਤੋਂ ਇੱਕ ਕਦਮ ਹੋਰ ਅੱਗੇ ਜਾਂਦੇ ਹੋਏ 2 सोन तमगे जिहड़े आ वो देश नूं जित के दिते है, कांसी दे तमगे जित के दिते है, चांदी दे तमगे जित के दिते है। और उत्थे देश का मान वधाया जदों पैरा ओलंपिक खेडां जां ओलंपिक खेडां दे विच किसी देश का खिडारी जां किसी देश की टीम जिहड़ी है वो सोन तमगा जितदी है तो उत्थे उसका राष्ट्रीय गीत बजाया जाता है, उत्थे उसका झंडा झुलाया जाता है। सो पैरा ओलंपिक खिडारियां ने 2 वार उत्थे राष्ट्रीय झंडा झुलाउण दा जिहड़ा मान है वो देश नूं लैके दिता है। और उत्थे 2 वारी जिहड़े साडा राष्ट्रीय गीत है। अजे खेडां चल रहीआं ने, असीं उम्मीद करते हैं कि उन्हां दे विचों होर ज़्यादा प्राप्तियां करनगे। एक गल जिहड़ी बड़ी विलक्षण होई है वो ये कि इन्हां खेडां दे विच भी खिडारी ने जिहड़ी नेज़ाबाजी है, जैवलिन थ्रो जिहनूं कहने आ, ਉਹਦੇ ਵਿੱਚ गोल्ड मैडल जित्तिया, एक निशानेबाजी ਦੇ ਵਿੱਚ गोल्ड मैडल जित्तिया। और ਜਿਹੜੀਆਂ ਮੇਨ ओलंपिक ਹੋਈਆਂ ਸੀ ਉਹਦੇ ਵਿੱਚ ਵੀ ਜਿਹੜਾ ਇੱਕੋ ਇੱਕ गोल्ड मैडल ਸਾਡਾ ਆਇਆ ਸੀਗਾ ਉਹ ਜੈਵਲਿਨ ਥ्रो ਦੇ ਵਿੱਚ ਹੀ ਆਇਆ ਸੀ। ਔਰ ਜੈਵਲਿਨ ਥ्रो ਦੇ ਵਿੱਚ ਹੀ ਜਿਹੜਾ ਸਾਡਾ ਦੂਜਾ, ਹਾਲਾਂਕਿ ਇਹ ਈਵੈਂਟ ਜਿਹੜਾ ਹੈ ਆਪਾਂ ਦੇਖਦੇ ਹਾਂ ਕਿ ਜਿੱਥੇ ਤੱਕ ਤਿਆਰੀਆਂ ਦਾ ਸੰਬੰਧ ਹੁੰਦਾ ਹੈ, ਖਿਡਾਰੀਆਂ ਦਾ ਸੰਬੰਧ ਹੁੰਦਾ, ਉੱਥੇ ਤੱਕ ਬਹੁਤ ਜ਼ਿਆਦਾ ਇਹਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਰਿਹਾ। ਇਹਨੂੰ ਬਹੁਤ ਜ਼ਿਆਦਾ ਇਹਨਾਂ ਸਾਰੀਆਂ ਖੇਡਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਖਿਡਾਰੀਆਂ ਦੇ ਹੌਸਲੇ ਹੋਰ ਬੁਲੰਦ ਕਰਨੇ ਚਾਹੀਦੇ ਨੇ ਤਾਂ ਕਿ ਇਹਨਾਂ ਖੇਡਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੋਰ ਜ਼ਿਆਦਾ ਪ੍ਰਾਪਤੀਆਂ ਹਾਸਲ ਕਰ ਸਕਣ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਬਿਲਕੁਲ ਜੀ। ਗੱਲ ਕਰੀ ਅਗਲੀ ਖਬਰ ਦੀ ਤਾਂ ਕਾਬੁਲ ਹਵਾਈ ਅੱਡੇ ਤੇ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਅਮਰੀਕਾ ਨੇ ਆਪਣੀ ਵਾਪਸੀ ਮੁਹਿੰਮ ਜਿਹੜੀ ਹੈ ਸੰਧੂ ਸਾਹਿਬ ਤੇਜ਼ ਕਰ ਦਿੱਤੀ ਹੈ। ਕੀ ਸਥਿਤੀ ਹੈ ਇਸ ਵੇਲੇ ਉੱਥੇ? ਅਮਰੀਕਾ ਕਾਫੀ ਸਾਲਾਂ ਤੋਂ ਉੱਥੇ ਬੈਠਾ ਸੀ, ਜਿਸ ਦੌਰਾਨ ਜਿਹੜੀ ਉੱਥੇ ਲੜਾਈ ਚੱਲ ਰਹੀ ਸੀ ਲੋਕ ਪੱਖੀ ਸਰਕਾਰ ਦੀ ਤੇ ਤਾਲਿਬਾਨ ਦੇ ਦਰਮਿਆਨ ਜੀ। ਔਰ ਉਸ ਤੋਂ ਬਾਅਦ ਅਮਰੀਕਾ ਨੇ ਆਪਣੀਆਂ ਫੌਜਾਂ ਜਦੋਂ ਵਾਪਸ ਜਾਣ ਦਾ ਐਲਾਨ ਕੀਤਾ ਤਾਂ ਉਸ ਤੋਂ ਬਾਅਦ ਤਾਲਿਬਾਨ ਜਿਹੜੇ ਸੀ ਉਹ ਅਫਗਾਨਿਸਤਾਨ ਦੇ ਉੱਤੇ ਹਾਵੀ ਹੋ ਗਏ। ਇਸ ਵੇਲੇ ਤੱਕ ਲਗਭਗ ਪੂਰੇ ਤਾਲਿਬਾਨ ਦੇ ਉੱਤੇ, ਪੂਰੇ ਅਫਗਾਨਿਸਤਾਨ ਦੇ ਉੱਤੇ ਤਾਲਿਬਾਨ ਦਾ ਕਬਜ਼ਾ ਸਿਰਫ ਪੰਜਸ਼ੀਰ ਇਲਾਕੇ ਨੂੰ ਛੱਡ ਕੇ ਜੀ। ਔਰ ਉੱਥੋਂ ਸਾਰੇ ਦੇਸ਼ਾਂ ਨੇ ਆਪਣੇ ਦੂਤਾਵਾਸ ਜਿਹੜੇ ਸੀ ਉਹ ਸਮੇਟ ਲਏ, ਆਪਣੇ ਕਰਮਚਾਰੀ ਜਿਹੜੇ ਸੀ ਉਹ ਉੱਥੋਂ ਕੱਢ ਲਏ, ਆਪਣੇ ਸੈਨਿਕ ਜੇ ਉੱਥੇ ਤਾਇਨਾਤ ਸੀ ਉਹ ਵੀ ਕੱਢ ਲਏ। ਸਭ ਤੋਂ ਵੱਧ ਸੈਨਿਕ ਉੱਥੇ ਬ੍ਰਿਟੇਨ ਦੇ ਤਾਇਨਾਤ ਸੀ ਜਾਂ ਅਮਰੀਕਾ ਦੇ ਤਾਇਨਾਤ ਸੀ। ਬ੍ਰਿਟੇਨ ਨੇ ਤਾਂ ਕੱਲ੍ਹ ਹੀ ਆਪਣੀ ਮੁਹਿੰਮ ਜਿਹੜੀ ਸੀ ਉਹ ਸੰਪੂਰਨ ਕਰ ਦਿੱਤੀ ਸੀ। ਉਹਨਾਂ ਨੇ ਸਾਰੇ ਦੇ ਸਾਰੇ ਨਾਗਰਿਕ ਤੇ ਆਪਣੇ ਸੈਨਿਕ ਉੱਥੋਂ ਕੱਢ ਲਏ ਸੀ। ਅਮਰੀਕਾ ਦੇ ਸੈਨਿਕ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ, ਹੋਰ ਲੋਕ ਵੀ ਬਹੁਤ ਵੱਡੀ ਗਿਣਤੀ ਸੀ, ਇਸ ਕਰਕੇ ਅਮਰੀਕਾ ਨੇ 11 ਸਤੰਬਰ ਤੱਕ ਦਾ ਸਮਾਂ ਮੰਗਿਆ ਸੀ ਪਰ ਤਾਲਿਬਾਨ ਨੇ ਉਹਨਾਂ ਨੂੰ 31 ਅਗਸਤ ਤੱਕ ਦਾ ਹੀ ਸਮਾਂ ਦਿੱਤਾ ਸੀ। ਅੱਜ 31 ਅਗਸਤ ਹੈ ਔਰ ਹੁਣ ਤੱਕ ਅਮਰੀਕਾ ਨੇ ਉੱਥੇ ਆਪਣੀਆਂ ਫਲਾਈਟਾਂ ਜਿਹੜੀਆਂ ਉਹ ਵਧਾ ਦਿੱਤੀਆਂ, ਜਹਾਜ਼ਾਂ ਦੀ ਆਵਾਜਾਈ ਵਧਾ ਕੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇੱਥੇ ਹੋਰ ਜ਼ਿਆਦਾ ਜਿਹੜਾ ਰੁਕਣਾ ਉਹ ਕਿਸੇ ਵੀ ਢੰਗ ਨਾਲ ਮੁਨਾਸਬ ਨਹੀਂ। ISIS ਦੀ ਜਿਹੜੀ ਖੁਰਾਸਾਨ ਤਨਜ਼ੀਮ ਹੈ ਉਹਨਾਂ ਵੱਲੋਂ ਪਿਛਲੇ ਦਿਨੀ ਜਿਹੜੇ ਹਮਲੇ ਕੀਤੇ ਗਏ, ਇੱਕ ਹਮਲੇ ਵਿੱਚ 110 ਤੋਂ ਵੱਧ ਲੋਕ ਮਾਰੇ ਗਏ ਸੀ, ਬਹੁਤ ਸੈਂਕੜੇ ਲੋਕ ਜ਼ਖਮੀ ਹੋਏ। ਕੱਲ੍ਹ ਫੇਰ ਜਦੋਂ ਕਿ ਇਹ ਸਾਰੀ ਮੁਹਿੰਮ ਆਖਰੀ ਪੜਾਅ ਦੇ ਉੱਤੇ ਚੱਲ ਰਹੀ ਸੀ, ਇਸ ਨੂੰ ਕਾਰਜ ਨੂੰ ਸਾਰੇ ਨੂੰ ਸਮੇਟਿਆ ਜਾ ਰਿਹਾ ਸੀ ਤੇ ਉਸ ਵੇਲੇ ਫੇਰ ਉਹਨਾਂ ਵੱਲੋਂ ਰਾਕਟ ਦਾਗ ਕੇ ਏਅਰਪੋਰਟ ਦੇ ਬਾਹਰ ਜਿਹੜਾ ਹਮਲਾ ਕੀਤਾ ਗਿਆ, ਜਿਸ ਨੂੰ ਅਮਰੀਕੀ ਸੈਨਿਕਾਂ ਨੇ ਨਾਕਾਮ ਕਰ ਦਿੱਤਾ। ਨਹੀਂ ਤਾਂ ਉਹਦੇ ਨਾਲ ਵੀ ਬਹੁਤ ਵੱਡਾ ਜਿਹੜਾ ਨੁਕਸਾਨ ਸੀ ਉਹ ਹੋ ਸਕਦਾ ਸੀ। ਸੋ ਹੁਣ ਅਮਰੀਕਾ ਨੇ ਆਪਣੀ ਜਿਹੜੀ ਮੁਹਿੰਮ ਹੈ ਉੱਥੇ ਲਗਭਗ ਉਹ ਸਮੇਟ ਲਈ ਹੈ। ਸਾਰੇ ਨਾਗਰਿਕ, ਸਾਰੇ ਸੈਨਿਕ ਜਿਹੜੇ ਆ ਉੱਥੋਂ ਉਹਨਾਂ ਨੇ ਕੱਢ ਲਏ ਹੈ ਤੇ ਅੱਗੇ ਜਿਹੜਾ ਅਫਗਾਨਿਸਤਾਨ ਦਾ ਭਵਿੱਖ ਹੈ ਹੁਣ ਇਸ ਵੇਲੇ ਤਾਲਿਬਾਨ ਦੇ ਭਰੋਸੇ 'ਤੇ ਆ ਜਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਤਾਲਿਬਾਨ ਉੱਥੇ ਕਿਸ ਤਰ੍ਹਾਂ ਦੀ ਨੀਤੀ ਅਪਣਾਉਂਦੇ ਆ, ਦੇਸ਼ ਦੇ ਨਾਗਰਿਕਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ
ਕਿਹਾ ਜਾਏ ਕਿ ਉਹਦੀਆਂ ਕਾफ़ी ਸਾਰੀਆਂ ਉਦਾਹਰਨਾਂ ਮਿਸਾਲਾਂ ਮਿਲ ਰਹੀਆਂ ਨੇ ਨਾਲ ਕਿ ਉੱਥੇ ਕਿਸ ਤਰ੍ਹਾਂ ਦਾ ਲੋਕਾਂ ਦੇ ਨਾਲ ਸਲੂਕ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਨੇ, ਕਿਉਂਕਿ ਉੱਥੇ ਲੋਕਤੰਤਰੀ ਵਿਵਸਥਾ ਵਾਲੀ ਜਿਹੜੀ ਆ ਉਹ ਕੋਈ ਗੱਲ ਨਹੀਂ। ਉੱਥੇ ਇਸ ਵੇਲੇ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਡੰਡੇ ਦੀ ਹਕੂਮਤ ਹੈ, ਡੰਡੇ ਦੇ ਨਾਲ ਹੀ ਸਾਰੀ ਹਕੂਮਤ ਜਿਹੜੀ ਉਹ ਚਲਾਈ ਜਾ ਰਹੀ ਹੈ, ਧਮਕੀਆਂ ਦੇ ਕੇ ਔਰ ਲੋਕਾਂ ਨੂੰ ਪਰੇਸ਼ਾਨ ਕਰਕੇ ਤਸ਼ੱਦਦ ਦੇ ਨਾਲ। ਸੋ ਆਉਣ ਵਾਲੇ ਦਿਨਾਂ ਵਿੱਚ ਉਹਦਾ ਹੋਰ ਜ਼ਿਆਦਾ ਪਤਾ ਲੱਗੇਗਾ ਜਦੋਂ ਕੋਈ ਬਕਾਇਦਾ ਉੱਥੇ ਸਰਕਾਰ ਦਾ ਗਠਨ ਕੀਤਾ ਜਾਏਗਾ ਕਿ ਉਹ ਸਰਕਾਰ ਕਿਸ ਤਰ੍ਹਾਂ ਕੰਮ ਚਲਾਉਂਦੀ ਹੈ ਤੇ ਬਾਹਰ ਦੀ ਦੁਨੀਆ ਦੇ ਨਾਲ, ਬਾਹਰਲੇ ਦੇਸ਼ਾਂ ਦੇ ਨਾਲ ਉਹਦੇ ਕਿਸ ਤਰ੍ਹਾਂ ਦੇ ਰਿਸ਼ਤੇ ਹੁੰਦੇ ਆ, ਕਿਸ ਤਰ੍ਹਾਂ ਦਾ ਉਹਦਾ ਆਦਾਨ ਪ੍ਰਦਾਨ ਹੁੰਦਾ। ਬਿਲਕੁਲ ਜੀ। ਜੇ ਕਰੋਨਾ ਦੀ ਗੱਲ ਕਰੀਏ ਤੇ ਕਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਤੀਜੀ ਲਹਿਰ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਅਕਤੂਬਰ ਨਵੰਬਰ ਦੇ ਵਿੱਚ ਸਿਖਰ ਤੇ ਹੋਵੇਗੀ। ਸੰਧੂ ਸਾਹਿਬ, ਕੀ ਆਉਣ ਵਾਲਾ ਮਾਹੌਲ ਹੋਵੇਗਾ ਇਸ ਕਰੋਨਾ ਦੀ ਤੀਜੀ ਲਹਿਰ ਦੇ ਵਿੱਚ? ਇਸ ਸੰਬੰਧ ਵਿੱਚ ਸਾਨੂੰ ਮਾਹਰਾਂ ਦੀ ਗੱਲ ਦੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਇਹਦੇ ਬਾਰੇ ਅਸੀਂ ਆਪਣੇ ਪੱਲਿਓਂ ਬਹੁਤੀਆਂ ਕਿਆਸ ਰਾਈਆਂ ਨਹੀਂ ਲਾ ਸਕਦੇ ਤੇ ਮਾਹਰਾਂ ਨੇ ਹੀ ਇਹ ਸੰਕੇਤ ਦਿੱਤਾ ਕਿ ਅਕਤੂਬਰ ਨਵੰਬਰ ਦੇ ਵਿੱਚ ਜਿਹੜੀ ਕਰੋਨਾ ਦੀ ਤੀਜੀ ਲਹਿਰ ਹੈ ਉਹ ਸਿਖਰ ਤੇ ਹੋ ਸਕਦੀ ਹੈ। ਸਿਖਰ ਤੇ ਮਤਲਬ ਇਹ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਹਦੇ ਘੇਰੇ ਵਿੱਚ ਆ ਸਕਦੇ ਆ, ਉਹਦੇ ਤੋਂ ਪੀੜਤ ਹੋ ਸਕਦੇ ਆ। ਇੱਕ ਨਾਲ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਇਹ ਜਿਹੜੀ ਲਹਿਰ ਹੈ ਇਹ ਪਹਿਲੀਆਂ ਲਹਿਰਾਂ ਜਿੰਨੀ ਤੀਬਰ ਨਹੀਂ ਹੋਏਗੀ, ਮਤਲਬ ਉਹਦਾ ਜਿੰਨੀ ਖਤਰਨਾਕ ਨਹੀਂ ਹੋਏਗੀ, ਉਹਨਾਂ ਜਿੰਨੀ ਘਾਤਕ ਨਹੀਂ ਹੋਏਗੀ। ਫਿਰ ਵੀ ਖਤਰਾ ਤਾਂ ਖਤਰਾ ਹੀ ਹੈ ਜਿਹੜਾ ਸਾਡੇ ਲੋਕਾਂ ਦੇ ਸਿਰ ਦੇ ਉੱਤੇ ਮੰਡਰਾ ਰਿਹਾ। ਜਦੋਂ ਚੌਕਸ ਕਰ ਦਿੱਤਾ ਗਿਆ ਤੇ ਜਿਸ ਢੰਗ ਦੇ ਨਾਲ ਮਾਹਰਾਂ ਵੱਲੋਂ ਚੌਕਸੀ ਦਿੱਤੀ ਗਈ ਹੈ, ਸਾਨੂੰ ਉਹਨੂੰ ਉਸੇ ਅਰਥ ਵਿੱਚ ਲੈਣਾ ਚਾਹੀਦਾ ਹੈ। ਉਸ ਚੌਕਸੀ ਦੇ ਸੰਬੰਧ ਵਿੱਚ ਸਾਨੂੰ ਉਸੇ ਤਰ੍ਹਾਂ ਦੇ ਇਹਤਿਆਤ ਦੇ ਜਿਹੜੇ ਪ੍ਰਬੰਧ ਹੈ, ਸੁਰੱਖਿਆ ਦੇ ਪ੍ਰਬੰਧ ਨੇ, ਬਚਾਅ ਦੇ ਪ੍ਰਬੰਧ ਨੇ, ਇਹ ਕਰਨੇ ਚਾਹੀਦੇ ਨੇ। ਹਜੇ ਕਿ ਇਹ ਇੱਕ ਚੰਗੀ ਗੱਲ ਹੈ ਕਿ ਬੜੀ ਤੇਜ਼ੀ ਦੇ ਨਾਲ ਟੀਕਾਕਰਨ ਹੋ ਰਿਹਾ ਹੈ, ਕਿਉਂਕਿ ਟੀਕਾਕਰਨ ਨੂੰ ਹੀ ਇਸ ਵੇਲੇ ਤੱਕ ਇੱਕੋ ਇੱਕ ਇਹਦਾ ਬਚਾਅ ਸਮਝਿਆ ਜਾ ਰਿਹਾ ਹੈ। ਇੱਕ ਟੀਕਾਕਰਨ ਹੈ ਜਿਹਦੇ ਨਾਲ ਜਦੋਂ ਜਿੰਨੇ ਲੋਕ ਇਹਦੇ ਵਿੱਚ ਕਵਰ ਕਰ ਲਏ ਜਾਂਦੇ ਨੇ, ਅਸੀਂ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਹੱਦ ਤੱਕ ਉਹ ਸੁਰੱਖਿਅਤ ਹੋ ਜਾਂਦੇ ਨੇ। ਤੇ ਦੂਜਾ ਬਚਾਅ ਜਿਹੜਾ ਉਹ ਲੋਕਾਂ ਨੇ ਆਪ ਕਰਨਾ ਹੈ ਜਾਂ ਸਰਕਾਰਾਂ ਨੇ ਕਰਨਾ ਹੈ ਕਿ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਨੇ, ਕਿਸ ਤਰ੍ਹਾਂ ਦੇ ਨਾਲ ਜਿਹੜੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ, ਕਿਸ ਤਰ੍ਹਾਂ ਹਸਪਤਾਲਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ। ਇਹ ਸਰਕਾਰ ਦਾ ਪੱਖ ਹੈ, ਲੋਕਾਂ ਦਾ ਪੱਖ ਹੈ ਕਿ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਕਿੰਨਾ ਕੁ ਬਚਾ ਕੇ ਰੱਖਣ ਦੇ ਵਿੱਚ ਕਾਮਯਾਬ ਹੁੰਦੇ ਨੇ, ਕਿਸ ਤਰ੍ਹਾਂ ਜਿਹੜੀਆਂ ਕਰੋਨਾ ਗਾਈਡਲਾਈਨਸ ਨੇ ਉਹਨਾਂ ਦਾ ਕਿਸ ਤਰ੍ਹਾਂ ਪਾਲਣ ਕਰਦੇ ਨੇ। ਕਿਉਂਕਿ ਅਣਗਹਿਲੀ ਜਿਹੜੀ ਆ ਉਹ ਇਨਸਾਨਾਂ ਦੇ ਪੱਧਰ ਦੇ ਉੱਤੇ ਹੁੰਦੀ ਹੈ, ਪਿਛਲੀਆਂ ਲਹਿਰਾਂ ਦੇ ਵਿੱਚ ਵੀ ਹੁੰਦੀ ਰਹੀ ਹੈ, ਆਪਾਂ ਦੇਖਦੇ ਰਹੇ ਹਾਂ। ਇਸ ਲਹਿਰ ਵਿੱਚ ਵੀ ਇਸ ਚੀਜ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੰਚ ਤੋਂ ਅਸੀਂ ਇਹੀ ਗੱਲ ਕਰ ਸਕਦੇ ਹਾਂ ਜਾਂ ਲੋਕਾਂ ਨੂੰ ਇਹ ਸੁਚੇਤ ਕਰ ਸਕਦੇ ਹਾਂ ਇਸ ਗੱਲ ਬਾਰੇ ਕਿ ਉਹਨਾਂ ਨੂੰ ਪੂਰੇ ਜਿਹੜੀ ਹੈ ਸੁਰੱਖਿਆ ਪ੍ਰਬੰਧ ਕਰਨੇ ਚਾਹੀਦੇ ਨੇ, ਪੂਰੇ ਹਥਿਆਤ ਵਰਤਣੇ ਚਾਹੀਦੇ ਨੇ, ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜਿੱਥੇ ਲੋੜ ਨਾ ਹੋਵੇ ਉੱਥੇ ਨਹੀਂ ਜਾਣਾ ਚਾਹੀਦਾ ਔਰ ਜਿੱਥੋਂ ਤੱਕ ਵੀ ਉਹ ਬਚਾਅ ਦੇ ਸਾਧਨ ਵਰਤ ਸਕਦੇ ਨੇ, ਸੁਰੱਖਿਆ ਦੇ ਕਦਮ ਚੁੱਕ ਸਕਦੇ ਨੇ, ਉਹ ਚੁੱਕਣੇ ਚਾਹੀਦੇ ਨੇ ਤੇ ਫਿਰ ਤੀਜੀ ਲਹਿਰ ਦਾ ਜਿਹੜਾ ਮੁਕਾਬਲਾ ਉਹ ਸਫਲਤਾ ਸਹਿਤ ਕੀਤਾ ਜਾ ਸਕਦਾ। ਬਿਲਕੁਲ ਜੀ। ਖਦਸ਼ੇ ਤੇ ਫਿਕਰ ਜਾਰੀ ਨੇ ਔਰ ਇਸੇ ਦੇ ਵਿਚਕਾਰ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਬੱਚੇ ਜਿਹੜੇ ਨੇ, ਮਾਂ-ਬਾਪ ਆਪਣੇ ਗਵਾ ਚੁੱਕੇ ਨੇ, ਉਹਨਾਂ ਬੱਚਿਆਂ ਬਾਰੇ ਮਾਣਯੋਗ ਸੁਪਰੀਮ ਕੋਰਟ ਨੇ ਫਿਕਰ ਜ਼ਾਹਰ ਕੀਤੀ ਔਰ ਕਿਹਾ ਕਿ ਦਾਅ ਤੇ ਲੱਗੀ ਹੋਈ ਹੈ ਜ਼ਿੰਦਗੀ। ਕੀ ਕਹਿਣਾ ਚਾਹੋਗੇ? ਬੜੀ ਮੰਦਭਾਗੀ ਗੱਲ ਹੈ ਉਹਨਾਂ ਬੱਚਿਆਂ ਦੇ ਸੰਬੰਧ ਦੇ ਵਿੱਚ ਜਿਹੜੇ ਬੱਚੇ ਅਨਾਥ ਹੋ ਗਏ ਨੇ। ਅਨਾਥ ਤੋਂ ਅਸੀਂ ਮਤਲਬ ਸਮਝਦੇ ਹਾਂ ਕਿ ਜਿਹਦਾ ਕੋਈ ਸਿਰ ਤੇ ਮਤਲਬ ਸਰਪ੍ਰਸਤੀ ਨਹੀਂ ਰਹੀ, ਕੋਈ ਹੱਥ ਨਹੀਂ ਰਿਹਾ ਸਿਰ ਦੇ ਉੱਤੇ ਔਰ ਉਹ ਲਵਾਰਸਾਂ ਵਰਗੀ ਸਥਿਤੀ ਦੇ ਵਿੱਚ ਆ ਗਏ ਨੇ। ਹੁਣ ਅੱਗੇ ਉਹਨਾਂ ਨੂੰ ਸਮਾਜ ਕਿਵੇਂ ਸੰਭਾਲਦਾ, ਸਰਕਾਰ ਕਿਵੇਂ ਸੰਭਾਲਦੀ ਹੈ, ਇਸੇ ਗੱਲ ਵੱਲ ਇਸ਼ਾਰਾ ਜਿਹੜਾ ਉਹ ਸੁਪਰੀਮ ਕੋਰਟ ਨੇ ਕੀਤਾ ਹੈ ਕਿ 1 ਲੱਖ ਦੇ ਕਰੀਬ ਬੱਚੇ ਜਿਹੜੇ ਅਨਾਥ ਹੋ ਗਏ ਨੇ। ਕਿਸੇ ਬੱਚੇ ਦੇ ਮਾਤਾ ਨਹੀਂ ਰਹੀ, ਕਿਸੇ ਦਾ ਪਿਤਾ ਨਹੀਂ ਰਿਹਾ, ਕਿਸੇ ਦੇ ਦੋਵੇਂ ਨਹੀਂ ਰਹੇ। ਉਹ ਜਿਨ੍ਹਾਂ ਦੇ ਦੋਵੇਂ ਨਹੀਂ ਰਹੇ ਆਪਾਂ ਸਮਝ ਸਕਦੇ ਹਾਂ ਕਿ ਉਹਨਾਂ ਦੀ ਸਥਿਤੀ ਕਿਵੇਂ ਆ, ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਯੁੱਗ ਚੱਲ ਰਿਹਾ, ਜਿਸ ਤਰ੍ਹਾਂ ਮਹਿੰਗਾਈ, ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਮਾਂ ਪਿਓ ਸਿਰ ਦੇ ਉੱਤੇ ਬੈਠਾ ਹੋਇਆ ਵੀ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ, ਸਾਰੀਆਂ ਸੁਵਿਧਾਵਾਂ ਪ੍ਰਦਾਨ ਨਹੀਂ ਕਰ ਸਕਦਾ। ਉਹਨਾਂ ਦੇ ਵਿਕਾਸ ਦੇ ਵਿੱਚ, ਉਹਨਾਂ ਦੇ ਵਧਣ ਫੁੱਲਣ ਦੇ ਵਿੱਚ, ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀਆਂ ਰਹਿ ਜਾਂਦੀਆਂ ਨੇ। ਤੇ ਜਦੋਂ ਉਹਨਾਂ ਦੇ ਸਿਰ ਦੇ ਉੱਤੇ ਕੋਈ ਨਾ ਹੋਵੇਗਾ ਤੇ ਫਿਰ ਉਹਨਾਂ ਦੀ ਸਮੁੱਚੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਮਾਜ ਦੇ ਸਿਰ ਤੇ ਆ ਜਾਂਦੀ ਹੈ, ਰਿਸ਼ਤੇਦਾਰਾਂ ਦੇ ਸਿਰ ਤੇ ਆ ਜਾਂਦੀ ਹੈ, ਸਰਕਾਰਾਂ ਦੇ ਸਿਰ ਤੇ ਆ ਜਾਂਦੀ ਹੈ। ਸੋ ਸੁਪਰੀਮ ਕੋਰਟ ਨੇ ਇਸ ਗੱਲ ਪ੍ਰਤੀ ਸੁਚੇਤ ਕੀਤਾ ਹੈ ਕਿ ਉਹਨਾਂ ਬੱਚਿਆਂ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ, ਗੰਭੀਰਤਾ ਦੇ ਨਾਲ ਸਾਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਜ਼ਿੰਦਗੀ ਦੀ ਦੌੜ ਦੇ ਵਿੱਚ ਪਿਛੜ ਨਾ ਜਾਣ, ਦੂਜੇ ਬੱਚਿਆਂ ਦੇ ਮੁਕਾਬਲੇ ਉਹ ਪਿੱਛੇ ਨਾ ਰਹਿ ਜਾਣ। ਅਸੀਂ ਹਰ ਤਰ੍ਹਾਂ ਨਾਲ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਹਰ ਤਰ੍ਹਾਂ ਨਾਲ ਉਹਨਾਂ ਦਾ ਖਿਆਲ ਰੱਖਿਆ ਜਾਵੇ। ਸੋ ਇੰਨੇ ਵੱਡੇ ਪੱਧਰ ਦੇ ਉੱਤੇ ਜਿੰਨੇ ਬੱਚੇ ਅਨਾਥ ਹੋਏ ਨੇ, ਉਸ ਹਿਸਾਬ ਦੇ ਨਾਲ ਕਿਸ ਸਰਕਾਰ ਦੇ ਨਾਲ ਕਿੰਨੇ ਸੰਬੰਧਿਤ ਨੇ, ਕਿਸ ਸੂਬੇ ਨਾਲ ਕਿੰਨੇ ਸੰਬੰਧਿਤ ਨੇ ਔਰ ਉੱਥੋਂ ਦਾ ਸਮਾਜ, ਉੱਥੋਂ ਦੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ
ਤੇ ਨਿਭਾਉਣੀ ਚਾਹੀਦੀ ਹੈ। ਬਿਲਕੁਲ ਜੀ, ਜੇ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਕਾਂਗਰਸ ਦੇ ਵਿਚਲਾ ਜਿਹੜਾ ਘਮਸਾਨ ਹੈ ਸਾਰਿਆਂ ਨੂੰ ਨਜ਼ਰ ਆ ਰਿਹਾ। ਇਸੇ ਵਿਚਕਾਰ ਹਰੀਸ਼ ਰਾਵਤ ਹੋਰਾਂ ਦਾ ਬਿਆਨ ਆਇਆ ਹੈ ਕਿ ਕਾਂਗਰਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਚਿਹਰੇ ਨੇ। ਕੀ ਕਹਿਣਾ ਚਾਹੋਗੇ ਇਸ ਬਾਬਤ? ਕਾਫੀ ਲੰਬੀ ਚੱਲ ਰਹੀ ਹੈ ਲੜਾਈ, ਪਿਛਲੇ ਕਾਫੀ ਮਹੀਨਿਆਂ ਤੋਂ ਚੱਲ ਰਹੀ ਹੈ ਔਰ ਆਪਸ ਦੇ ਵਿੱਚ ਪਾਰਟੀ ਦੇ ਅੰਦਰ ਜਿਹੜਾ ਘਮਸਾਨ ਮਚਿਆ ਹੋਇਆ ਔਰ ਇਸ ਸੰਬੰਧ ਦੇ ਵਿੱਚ ਹੁਣ ਤੱਕ ਬੜਾ ਕੁਝ ਕੀਤਾ ਗਿਆ ਹੈ। ਇੱਕ ਹਾਈ ਕਮਾਨ ਵੱਲੋਂ, ਕਾਂਗਰਸ ਹਾਈ ਕਮਾਨ ਵੱਲੋਂ 3 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਖੜਗੇ ਕਮੇਟੀ ਜਿਹਨੂੰ ਕਿਹਾ ਜਾਂਦਾ ਹੈ। ਉਹਦੇ ਵੱਲੋਂ ਵੀ ਮੀਟਿੰਗਾਂ ਕੀਤੀਆਂ ਗਈਆਂ, ਵਿਧਾਇਕਾਂ ਨਾਲ, ਮੰਤਰੀਆਂ ਨਾਲ, ਮੁੱਖ ਮੰਤਰੀ ਨਾਲ, ਨਵਜੋਤ ਸਿੱਧੂ ਨਾਲ, ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਜਿਹੜੀ ਗੱਲ ਹੈ ਉਹ ਕਿਸੇ ਸਿਰੇ ਨਹੀਂ ਲੱਗੀ। ਉਹਦੇ ਵਿੱਚੋਂ ਇੱਕੋ ਇੱਕ ਗੱਲ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆਈ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਜਿਹੜੀ ਆ ਉਹ ਸੌਂਪ ਦਿੱਤੀ। ਪਰ ਉਹਦੇ ਤੋਂ ਬਾਅਦ ਵੀ ਵਿਵਾਦ ਜਿਹੜਾ ਕਾਂਗਰਸ ਦਾ ਉਹ ਰੁਕ ਨਹੀਂ ਸਕਿਆ। ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਉੱਤੇ ਨਿਸ਼ਾਨੇ ਕੱਸਣੇ ਜਿਹੜੇ ਸੀ ਉਹ ਜਾਰੀ ਰਹੇ। ਪਿਛਲੇ ਦਿਨੀ ਜਦੋਂ ਕੁਝ ਲੋਕਾਂ ਨੇ ਕਾਂਗਰਸ ਦੇ ਵਿੱਚ ਇੱਕ ਤਰ੍ਹਾਂ ਨਾਲ ਬਗਾਵਤ ਕਰ ਦਿੱਤੀ ਸੀ ਔਰ ਨੰਗੀ ਚਿੱਟੀ ਆਵਾਜ਼ ਵਿੱਚ ਇਹ ਕਿਹਾ ਸੀਗਾ ਕਿ ਮੁੱਖ ਮੰਤਰੀ ਜਿਹੜਾ ਉਹ ਬਦਲਿਆ ਜਾਵੇ, ਇਸ ਮੁੱਖ ਮੰਤਰੀ ਦੇ ਨਾਲ ਕੰਮ ਨਹੀਂ ਕੀਤਾ ਜਾ ਸਕਦਾ। ਹਾਈ ਕਮਾਨ ਨੂੰ ਮਿਲਣਾ ਸੀ। ਹਾਈ ਕਮਾਨ ਨੂੰ ਮਿਲਣ ਤੋਂ ਪਹਿਲਾਂ ਉਹ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਹਰੀਸ਼ ਰਾਵਤ ਹੋਰੀ, ਉਹਨਾਂ ਨੂੰ ਦੇਹਰਾਦੂਨ ਦੇ ਵਿੱਚ ਜਾ ਕੇ ਮਿਲੇ ਕੁਝ ਮੰਤਰੀ ਤੇ ਕੁਝ ਵਿਧਾਇਕ, ਔਰ ਉੱਥੇ ਹਰੀਸ਼ ਰਾਵਤ ਹੋਰਾਂ ਨੇ ਉਹਨਾਂ ਨੂੰ ਇਹ ਸੰਕੇਤ ਦੇ ਦਿੱਤਾ ਸੀ ਸਪਸ਼ਟ ਤੌਰ ਦੇ ਵਿੱਚ ਕਿ ਜਿਹੜੀਆਂ 2022 ਦੇ ਵਿੱਚ ਪੰਜਾਬ ਦੀਆਂ ਅਸੈਂਬਲੀ ਚੋਣਾਂ ਹੋਣੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ, ਤੁਹਾਨੂੰ ਕਿਸੇ ਭੁਲੇਖੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਇਸ ਉੱਤੇ ਟਿੱਪਣੀ ਕਰਦਿਆਂ ਹੋਇਆਂ ਪ੍ਰਗਟ ਸਿੰਘ ਜਿਹੜੇ ਇੱਕ ਵਿਧਾਇਕ ਨੇ ਔਰ ਜਨਰਲ ਸੈਕਟਰੀ ਨੇ ਇਸ ਵੇਲੇ ਪੰਜਾਬ ਕਾਂਗਰਸ ਦੇ, ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਇਹ ਫੈਸਲਾ ਕਿਸ ਨੇ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ, ਕਿਉਂਕਿ ਖੜਗੇ ਕਮੇਟੀ ਨੇ ਇਹ ਕਿਹਾ ਸੀਗਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ। ਸੋ ਇਹ ਜਦੋਂ ਉਹਨਾਂ ਨੇ ਸਵਾਲ ਉਠਾਇਆ ਤਾਂ ਹਰੀਸ਼ ਰਾਵਤ ਹੋਰਾਂ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਪਾਰਟੀ ਦੇ ਵਿੱਚ ਬਹੁਤ ਸਾਰੇ ਚਿਹਰੇ ਬੈਠੇ ਨੇ, ਕਿਸ ਮੌਕੇ ਤੇ ਕਿਹੜੀ ਗੱਲ ਕਰਨੀ ਹੈ, ਕਿਸ ਬੰਦੇ ਨੂੰ ਕੀ ਸੰਬੋਧਨ ਕਹਿ ਕੇ ਕਰਨਾ ਹੈ, ਇਹ ਮੈਨੂੰ ਸਾਰਾ ਪਤਾ ਹੈ। ਮੈਨੂੰ ਇਹ ਚੀਜ਼ ਜਿਹੜੀ ਦੱਸਣ ਦੀ ਲੋੜ ਨਹੀਂ, ਤੁਸੀਂ ਹੌਸਲਾ ਕਰਕੇ ਬੈਠੋ, ਤਸੱਲੀ ਨਾਲ ਬੈਠੋ, ਜੋ ਕੁਝ ਹੋ ਰਿਹਾ ਉਹ ਠੀਕ ਹੋਏਗਾ ਔਰ ਠੀਕ ਹੀ ਕੀਤਾ ਜਾਏਗਾ। ਤੇ ਇਹ ਗੱਲ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕਿਸ ਬੰਦੇ ਨੂੰ ਕੀ ਗੱਲ ਕਹਿਣੀ, ਕਦੋਂ ਕਹਿਣੀ ਹੈ ਤੇ ਕਿਵੇਂ ਕਹਿਣੀ ਹੈ। ਮੈਂ ਜੋ ਕੁਝ ਕਹਿ ਰਿਹਾ ਉਹ ਠੀਕ ਕਹਿ ਰਿਹਾ। ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਸੰਧੂ ਸਾਹਿਬ, ਉਹ ਇਹ ਗੱਲ ਕਹਿ ਰਹੇ ਨੇ ਕਿ 7 ਦਿਨਾਂ ਦਾ ਸੈਸ਼ਨ ਹੋਣਾ ਚਾਹੀਦਾ, 1 ਦਿਨਾਂ ਨਹੀਂ, ਔਰ ਬਿਜਲੀ ਸਮਝੌਤੇ ਜਿਹੜੇ ਨੇ ਰੱਦ ਕਰਨ ਦਾ ਸੁਝਾਅ ਦਿੱਤਾ ਹੈ। ਦੇਖੋ, ਇਹ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ਉਹਦੇ ਵਿੱਚ ਮੁੱਦਾ ਸਿਰਫ ਇਹੀ ਸੀਗਾ ਕਿ ਜਿਹੜੇ ਬਿਜਲੀ ਸਮਝੌਤੇ ਨੇ ਉਹ ਰੱਦ ਕੀਤੇ ਜਾਣ। ਇਸ ਕਰਕੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਕਿ ਸੈਸ਼ਨ ਬੁਲਾ ਕੇ ਹੀ ਉਹ ਸਮਝੌਤੇ ਜਿਹੜੇ ਨੇ ਉਹ ਰੱਦ ਕੀਤੇ ਜਾ ਸਕਦੇ ਨੇ। ਬਾਰੇ-ਬਾਰ ਜਿਹੜੀ ਕੈਬਨਿਟ ਆ ਉਹ ਇਹੋ ਜਿਹਾ ਕੰਮ ਨਹੀਂ ਕਰ ਸਕਦੀ। ਪਰ ਦੂਜੇ ਪਾਸੇ ਨਵਜੋਤ ਸਿੱਧੂ ਦੇ ਕੋਲ ਕੁਝ ਲੰਬੀ ਚੌੜੀ ਯੋਜਨਾ ਜਾਂ ਪਲਾਨ ਹੋ ਸਕਦਾ ਕਿ ਕਿਸ ਵਿਸ਼ੇ ਦੇ ਉੱਤੇ ਉਹ ਗੱਲ ਕਰਨੀ ਚਾਹੁੰਦੇ ਨੇ, ਕਿਸ ਤਰ੍ਹਾਂ ਦੀ ਵਿਚਾਰ ਚਰਚਾ ਚਾਹੁੰਦੇ ਨੇ, ਕਿਸ ਤਰ੍ਹਾਂ ਦੀ ਬਹਿਸ ਚਾਹੁੰਦੇ ਨੇ। ਇਸ ਕਰਕੇ ਉਹ ਚਾਹੁੰਦੇ ਨੇ ਕਿ 7 ਦਿਨਾਂ ਦਾ ਸੈਸ਼ਨ ਹੋਵੇ ਤਾਂ ਕਿ ਸਾਰੀਆਂ ਗੱਲਾਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾਵੇ। ਪਰ ਇਹ ਸੈਸ਼ਨ ਹਾਲ ਦੀ ਘੜੀ ਜਿਹੜਾ ਉਹ 1 ਦਿਨ ਵਾਸਤੇ ਹੀ ਹੋਏਗਾ ਤੇ ਉਹਦੇ ਵਿੱਚ ਹੀ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀ ਪਏਗੀ ਸਰਕਾਰ ਨੂੰ ਵੀ, ਤੇ ਜਿਹੜੇ ਵਿਧਾਇਕ ਜਾਂ ਮੰਤਰੀ ਜਿਨ੍ਹਾਂ ਨੇ ਸਵਾਲ ਖੜੇ ਕਰਨੇ ਆ ਜਾਂ ਵਿਰੋਧੀ ਧਿਰਾਂ ਨੇ ਜੋ ਗੱਲ ਕਰਨੀ ਆ ਉਹ 1 ਦਿਨ ਦੇ ਵਿੱਚ ਹੀ ਕਰਨੀ ਪਵੇਗੀ। ਬਿਲਕੁਲ ਜੀ ਸੰਧੂ ਸਾਹਿਬ, ਇਸ ਦੇ ਨਾਲ ਹੀ ਖਬਰਾਂ ਦੀ ਸਮੀਖਿਆ ਨੂੰ ਇੱਥੇ ਸਮੇਟਦੇ ਹਾਂ। ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਜੀ।